हेलो एवरीवन, सत श्री अकाल जी साਰਿਆਂ ਨੂੰ। ਵੈਲਕਮ ਬੈਕ ਟੂ ਰਮਨਸ ਅਕੈਡਮੀ। कैसे हो सारे? आई होप ਸਾਰੇ ਵਧੀਆ ਫਿਟ ਐਂਡ ਫਾਈਨ ਹੋਣਗੇ। ਅੱਜ ਆਪਾਂ ਸਟਾਰਟ ਕਰਾਂਗੇ ਚੈਪਟਰ 4 ਤੇ ਬਹੁਤ ਸ਼ੁਕਰਾਨਾ ਰੱਬ ਜੀ ਦਾ ਕਿ ਤੁਹਾਨੂੰ ਪੜ੍ਹਨ ਵਾਸਤੇ ਭੇਜਤਾ। ਨਹੀਂ ਮਤਲਬ ਤੁਸੀਂ ਜਾ ਕਿੱਥੇ ਰਹੇ ਹੋ, ਤੁਸੀਂ ਕਰ ਕੀ ਰਹੇ ਹੋ ਲਾਈਫ ਦੇ ਵਿੱਚ। ਜੇ ਤੁਸੀਂ ਪੜ੍ਹਨਾ ਹੀ ਨਹੀਂ ਹੈਗਾ ਤਾਂ ਹੁਣ ਇਸ ਟਾਈਮ 'ਚ ਰਿਜ਼ਲਟ ਆ ਰਹੇ ਨੇ ਪਿਛਲੀ ਕਲਾਸ 10th ਦੇ, ਹੈ ਨਾ। ਅਤੇ ਅਗਲੇ ਸਾਲ ਤੁਹਾਡੇ ਵੀ ਆਉਣ ਵਾਲੇ ਨੇ ਕਿ ਤੁਸੀਂ ਵੀ ਸੋਚੋਗੇ ਵੀ ਇਸ ਟਾਈਮ 'ਚ ਮਤਲਬ ਅਗਲੇ ਸਾਲ ਇਸ ਟਾਈਮ 'ਚ ਤੁਸੀਂ ਵੇਟ ਕਰੋਗੇ ਸਾਡਾ ਰਿਜ਼ਲਟ ਕਦੋਂ ਆਊਗਾ, ਕਿੰਨੇ ਪਰਸੈਂਟੇਜ ਬਣਨਗੇ। ਤੁਸੀਂ ਵੀ ਸਾਰੇ ਐਕਸਾਈਟਿਡ ਹੋਣਗੇ। ਉਹ पढ़ाई लिखाई में ध्यान लगाओ, IAS बनो और देश को ਯੈਸ ਠੀਕ ਹੈ। ਅਤੇ ਹੁਣ ਮਤਲਬ ਮਿਹਨਤ ਦਾ ਟਾਈਮ ਹੈ ਅਤੇ ਹੁਣ ਤੁਸੀਂ ਦੇਖੋਗੇ ਕਿ ਮਤਲਬ ਬੱਚੇ ਦੀ ਪੜ੍ਹਾਈ ਦੇ ਵੱਲ ਧਿਆਨ ਹੈ ਹੀ ਨਹੀਂ। ਧਿਆਨ ਕਿੱਥੇ? ਹੁਣ ਟਰੈਂਡਿੰਗ ਵੀਡੀਓ ਮੈਂ ਇੱਕ ਮਿੰਟ ਦਿਖਾਵਾਂ ਕਿ ਬੱਚੇ ਕਰ ਕੀ ਰਹੇ ਨੇ। ਦੇਖਣਾ ਕੋਈ मूवी लगी नहीं कि पहले ही चलो बिल्कुल ही टाइम बर्बाद किया आपने, अपना भी हमारा भी। आप थोड़ा सीरियस हो जाइए लाइफ। मतलब वैसे दिख नहीं रहा बट तुसी हाँ आ देखो ये की नाम है हाउसफुल 5 है ना, हाउसफुल 5। तो ਉਹਦੇ ਬਾਅਦ ਆ ਕਮੇਡੀਅਨ ਇਹਦੇ ਵਿੱਚ ਹੈਗੇ ਕਿੰਨੇ ਲਾਈਕ ਕਿੰਨੇ ਵਿਊਜ਼ 27 ਲੱਖ ਵਿਊ। तो ये है खास बारी कंटेंट देखना मैं दसा 22 बॉयफ्रेंड्स। सीरियसली मतलब लोग ਐਵੇਂ ਦਾ ਕੋਈ ਕੰਟੈਂਟ ਹੁੰਦਾ, ਐਵੇਂ ਦੀ ਕੋਈ ਵੀਡੀਓ ਆਉਂਦੀ ਤਾਂ ਭੱਜੇ ਜਾਂਦੇ ਨੇ। ਕੋਈ ਪੜ੍ਹਨ ਦੀ ਆਉਂਦੀ ਉਹਨੂੰ ਦੇਖਣਾ ਤੱਕ ਮਨ ਸਕਿਪ। ਹੁਣ ਆਹ ਦੇਖ ਲਓ ਕੀ ਹੈ, ਕੀ ਬਕਵਾਸ ਆ, ਕੀ ਬਕਵਾਸ ਹੈ। ਨਹੀਂ ਮਤਲਬ 22 ਬॉयफ्रेंड्स ਵਟ ਇਜ਼ ਦਿਸ ਐਂਡ ਵਿਊਜ਼ ਤਿੰਨ ਦਿਨ ਪਹਿਲਾਂ ਪਾਈ ਨੇ ਸ਼ਾਇਦ, ਇੱਕ ਮਿੰਟ ਕੱਲ ਦੀ ਪਾਈ ਹੋਈ ਹੈ ਇਹ ਵੀਡੀਓ। ਇਹਦੇ ਉੱਤੇ 27 ਲੱਖ ਵਿਊਜ਼। ਮੈਂ ਵੀ ਨਹੀਂ ਕਹਿ ਰਹੀ ਕਿ ਇੰਨੇ ਜ਼ਿਆਦਾ ਵਿਊਜ਼ ਨੇ, ਮਤਲਬ ਜਨਰੇਸ਼ਨ ਜਾ ਕਿੱਧਰ ਰਹੀ ਹੈ। ਤੁਸੀਂ ਕਰ ਕੀ ਰਹੇ ਹੋ ਲਾਈਫ ਦੇ ਵਿੱਚ? ਥੋੜ੍ਹਾ 10th ਦੀ ਪੜ੍ਹਾਈ ਹੈ ਵੀ ਇਹਨੂੰ ਚੰਗੀ ਤਰ੍ਹਾਂ ਕਰੋ, ਠੀਕ ਹੈ। ਹੁਣ ਆਪਾਂ ਕਰਦੇ ਹਾਂ ਚੈਪਟਰ ਸਟਾਰਟ। ਬਹੁਤ ਹੋ ਗਿਆ ਅੱਜ ਦਾ ਗਿਆਨਵਾਨ। कुछ बनना है तो मेहनत करो, मेहनत। मेरा मुंह मत ताको तुम, समझे? इडियट। ਚਲਿਏ ਹੁਣ ਆਪਾਂ ਕਰਦੇ ਹਾਂ ਇੰਟਰੋਡਕਸ਼ਨ ਚੈਪਟਰ 4 ਦੀ। ਸੋ ਕੁਆਡਰੇਟਿਕ ਇਕੁਏਸ਼ਨ ਹੁੰਦਾ ਕੀ ਹੈ? ਇਹਨੂੰ ਸਿੰਪਲ ਲੈਂਗੁਏਜ ਦੇ ਵਿੱਚ ਸਮਝੀਏ ਤਾਂ ਕੋਈ ਵੀ ਟਰਮ ਠੀਕ ਹੈ ਕਿੱਦਾਂ ਦੀ ਵੀ ਹੋ ਸਕਦੀ ਹੈ, ਲੇਕਿਨ ਜੋ ਵੇਰੀਏਬਲ ਹੋਊਗਾ ਉਹਦੀ ਹਾਈਐਸਟ ਪਾਵਰ 2 ਹੋਣੀ ਚਾਹੀਦੀ ਹੈ। ਮੰਨ ਲਓ ਆਪਾਂ ਮੰਨ ਲੈਂਦੇ ਹਾਂ ਐਕਸ ਕੋਈ ਵੇਰੀਏਬਲ ਹੈ, ਇਹਦੀ ਜਦੋਂ ਹਾਈਐਸਟ ਪਾਵਰ 2 ਹੋਊਗੀ ਉਹਨੂੰ ਕਿਹਾ ਜਾਂਦਾ ਹੈ ਕੁਆਡਰੇਟਿਕ ਇਕੁਏਸ਼ਨ, ਠੀਕ ਹੈ। ਹੁਣ ਇਹਦੀ ਥੋੜੀ ਜਰਨਲ ਫਾਰਮ ਦੇਖ ਲੈਂਦੇ ਹਾਂ। ਜਰਨਲ ਫਾਰਮ ਮੈਂ ਲਿਖੀ ਹੋਈ ਹੈ, ਦੁਬਾਰਾ ਤੋਂ ਲਿਖਦੇ ਹਾਂ ਜਿਵੇਂ ਕਿ ax² ਪਲੱਸ bx ਪਲੱਸ c ਇਕੁਅਲ ਟੂ 0। ਅਤੇ ਇਹਦੀ ਹਾਈਐਸਟ ਪਾਵਰ ਕਿੰਨੀ ਹੈ? 2 ਹੈ। ਇੱਥੇ 1 ਹੈ, ਇੱਥੇ ਨਹੀਂ ਹੈਗੀ, ਅਤੇ ਇੱਥੇ ਕਿੰਨੀ ਹਾਈਐਸਟ ਪਾਵਰ 2। ਤਾਂ ਜਿਹਦੀ ਹਾਈਐਸਟ ਪਾਵਰ 2 ਹੁੰਦੀ ਹੈ ਉਹ ਹੁੰਦਾ ਕੁਆਡਰੇਟਿਕ ਇਕੁਏਸ਼ਨ। ਹੁਣ ਸੈਕਿੰਡ ਚੀਜ਼ ਇਹਦੇ ਵਿੱਚ a≠0 ਹੋਊਗਾ। a ਮਤਲਬ 0 ਨਹੀਂ ਹੋਊਗਾ। ਮੰਨ ਲਓ ਕਿ a 0 ਹੈ, ਜੇ ਆਪਾਂ ਇੱਥੇ 0 ਲਿਖਤਾ ਫਿਰ 0 ਨੂੰ x² ਨਾਲ ਮਲਟੀਪਲਾਈ ਕਰਾਂਗੇ, ਪੂਰੀ ਟਰਮ 0 ਹੋ ਜੂਗੀ। ਜੇ ਪੂਰੀ ਟਰਮ 0 ਹੋਊਗੀ ਤਾਂ ਆਪਣੇ ਕੋਲ ਬਚਿਆ ਕੀ ਹੈ bx ਪਲੱਸ c, ਅਤੇ ਇਹਦੀ ਪਾਵਰ ਤਾਂ 1 ਹੈ। ਦੈਟ ਮੀਨਸ ਇਹ ਰੋਂਗ ਹੈ। ਮਤਲਬ ਕੁਆਡਰੇਟਿਕ ਇਕੁਏਸ਼ਨ ਜਿਹਦੀ ਪਾਵਰ 2 ਹੋਵੇ ਤਾਂ ਇੱਥੇ a 0 ਨਹੀਂ ਹੋ ਸਕਦਾ, ਠੀਕ ਹੈ। ਇੰਨਾ ਸਮਝ ਆ ਗਿਆ। ਹੁਣ ਇਹਨੂੰ ਸਿੰਪਲ ਭਾਸ਼ਾ ਦੇ ਵਿੱਚ ਜੇ ਆਪਾਂ ਸਮਝੀਏ ਤਾਂ ਇਹਦਾ ਮਤਲਬ ਹੋ ਗਿਆ ਕਿ x² ਬਿਨਾ ਕੁਆਡਰੇਟਿਕ ਇਕੁਏਸ਼ਨ ਹੈ ਕਿ ਗੋਲ ਗੱਪੇ ਬਿਨਾ ਪਾਣੀ, ਠੀਕ ਹੈ। ਹੁਣ ਤੁਹਾਨੂੰ ਕੋਈ ਇਕੱਲਾ ਗੋਲ ਗੱਪਾ ਦੇ ਪਾਣੀ ਨਾ ਦੇ ਵੀ ਵਧੀਆ ਲੱਗਣਗੇ, ਨਹੀਂ ਨਾ। ਤਾਂ ਉਵੇਂ ਇਹ ਹੈ, ਠੀਕ ਹੈ। ਮਤਲਬ ਦੋਨੋਂ ਹੀ ਇੰਪੋਰਟੈਂਟ ਨੇ। ਹੁਣ ਚਲੋ ਠੀਕ ਹੈ, ਕੈਲਕੂਲੇਸ਼ਨ ਲਈ ਠੀਕ ਹੈ, ਮਾਰਕਸ ਆ ਜਾਣਗੇ ਤੁਹਾਡੇ ਵਧੀਆ, ਉੱਥੋਂ ਤੱਕ ਠੀਕ ਹੈ। ਲੇਕਿਨ ਇਹਦੇ ਅੱਗੇ ਆਪਣੀ ਰੀਅਲ ਲਾਈਫ ਦੇ ਵਿੱਚ ਕਿਉਂ ਜ਼ਰੂਰੀ ਹੈ, ਕਿੱਥੇ ਕੰਮ ਆਉਂਦਾ ਹੈ? ਤਾਂ ਸਮਝੋ ਕੁਆਡਰੇਟਿਕ ਇਕੁਏਸ਼ਨ ਸਿਰਫ ਪੇਪਰ ਲਈ ਨਹੀਂ, ਲਾਈਫ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਲਾਈਫ 'ਚ ਕੰਮ ਆਉਂਦੀ ਹੈ। ਕਿਵੇਂ ਹੁੰਦਾ ਇਹ ਚੈਪਟਰ ਕੰਮ? ਜਿਵੇਂ ਕੋਈ ਓਬਜੈਕਟ ਉੱਪਰ ਉਛਲ ਕੇ ਥੱਲੇ ਡਿੱਗੇ, ਉਸ ਟਾਈਮ ਕੋਈ ਬਿਜ਼ਨਸ ਦਾ ਪ੍ਰੋਫਿਟ ਦਾ ਕੈਲਕੂਲੇਸ਼ਨ ਉੱਪਰ ਨੀਚੇ, ਜਾਂ ਮੋਸ਼ਨ 'ਚ ਕੋਈ ਵਹੀਕਲ ਜਾ ਰਿਹਾ ਹੈ, ਮੰਨ ਲਓ ਕਾਰ ਮੂਵ ਕਰ ਰਹੀ ਹੈ, ਜਾ ਰਹੀ ਹੈ, ਠੀਕ ਹੈ। ਉੱਦਾਂ ਸਭ ਵਿੱਚ ਕੁਆਡਰੇਟਿਕ ਇਕੁਏਸ਼ਨ ਆ ਜਾਂਦੀ ਹੈ। ਇਹ ਆਪਣਾ ਹੋ ਗਿਆ। ਹੁਣ ਇਹਨੂੰ ਕਲੀਅਰ ਰੀਡ ਕਰ ਲੈਂਦੇ ਹਾਂ। ਵੇਅਰ px ਇਜ਼ ਪੋਲੀਨੋਮੀਅਲ ਆਫ ਡਿਗਰੀ, ਸੈਕਿੰਡ ਇਜ਼ ਦਾ ਕੁਆਡਰੇਟਿਕ ਇਕੁਏਸ਼ਨ। एग्जाम्पल्स लिख रखे ने 2x की पावर 2 माइनस 3x प्लस 1 इक्वल टू 0, 4x माइनस 3x की पावर 2 प्लस मतलब ये ऊपर है थी पावर है चीज़, ठीक है। तो ये भी हैगी क्वाड्रेटिक इक्वेशन, ये भी हाईएस्ट पावर 2 है, तो ये भी हैगी है।
1 ਮਾਈਨਸ ਐਕਸ ਦੀ ਪਾਵਰ 2 ਪਲੱਸ 300 ਇਜ਼ ਆਲਸੋ ਕੁਆਡਰੇਟਿਕ ਇਕੁਏਸ਼ਨ। ਤੇ ਇਹ ਵੀ ਹੈਗੀ ਆਪਣੀ ਕੁਆਡਰੇਟਿਕ ਇਕੁਏਸ਼ਨ। ਸਮਝ ਆ ਗਈ ਐਗਜ਼ਾਮਪਲਸ? ਬਹੁਤ ਈਜ਼ੀ ਕੰਸੈਪਟ, ਬਹੁਤ ਜ਼ਿਆਦਾ। ਹੁਣ एग्जाम च की कंसैप्ट आऊगा सूँ एग्जाम च किदां दे क्वेश्चन पूछे जाएंगे। तो ये दो ही मैथड इनवॉल्व ने। फस्ट हैगा बाय फैक्टराइजेशन, सैकेंड हैगा बाय यूजिंग क्वाड्रेटिक फार्मूला। ठीक है, दोनों तो ही सवाल बन सकते हैं एग्जाम के विच, दोनों ही मैथड तो रिलेटेड सम तुहानूं देखने को मिल सकते। दोनों ही जो कंसैप्ट ने मैथड ने वो कि इंपोर्टेंट ने, तो उन्होंने चंगी तरह समझना बहुत ही आसान है। मतलब कि जमा मतलब ये चैप्टर छड्डता ना तुहानूं ऐ लगू तुसीं फ्री दे नंबर तुसीं गवा दे एग्जाम के विच। तो की करना है, चैप्टर छड्डना नहीं है, चंगी तरह प्रैक्टिस करनी है, बहुत ज़्यादा ईजी है। हम आप स्टार्ट करते हैं फर्स्ट मैथड तो बाय फैक्टराइजेशन मैथड। तो अपने को एग्जाम्पल दिता हुआ है 2x² माइनस 5x प्लस 3 इक्वल टू 0। x की पावर 2 है और हाईएस्ट पावर 2 है, दैट मीन्स ये क्या है, एक क्वाड्रेटिक इक्वेशन है। एक की हमें यहाँ पर इक्वेशन दी होगी और उसे हमने सॉल्व करना। और एक चीज़ मैं आपको और बता दूँ, क्वाड्रेटिक इक्वेशन इसका मतलब होता है अगर x की पावर 2 है तो उसकी जो वैल्यूज़ होंगी वो भी 2 आएंगी हमेशा। मतलब x की कितनी वैल्यूज़ आएंगी, 2 आएंगी। चलिए सॉल्व करते हैं। अब हम इसको कैसे सॉल्व किया जाता है वो देखो। सबसे पहले जो हमारे पास x² का कोफिशिएंट, x² का जो कोफिशिएंट होंदा है उन्होंने आपां एक कॉन्स्टेंट टर्म दे नाल मल्टीप्लाई करना होंदा। कॉन्स्टेंट टर्म किहड़ी हुंदी है, लास्ट थर्ड। इनू आपां फर्स्ट वाले नंबर नाल मल्टीप्लाई करांगे तो 3 2 जा 6, 3 नूं 2 नाल मल्टीप्लाई किया 6। हुण आपां नूं मल्टीप्लाई करे तो एक नंबर आ गया, वो नंबर नूं आपां डिवाइड करना है, मतलब तोड़ना है। हुण उहनूं तोड़ांगे किस बिहाव ते, वो तोड़ांगे जो अपने कोल मिडल टर्म हुंदी है उस बिहाव ते। मतलब अपने को दिता -5 कि आपां नूं मल्टीप्लाई करे तो 6 आवे, ठीक है, तो प्लस माइनस करे तो -5 बने। इदां दे दो नंबर्स चाहिए ने। तो हुण इहदा सब तो आसान मैथड मैं तुहानूं दसां, जो आपां नूं नंबर दिता हुंदा ना वो ही देख लिया करो भी वो किस टेबल ते हुंदा, मतलब वो किहड़े दो नंबर ते आउंदा है। मान लो 2 3 जा लिख लो, नंबर लिख लिया आपां। हुण इहनूं ऐड करके देखो कि ऐड करे तो 5 आउंदा है, जे ना आवे फिर माइनस करके देखांगे, जे माइनस करे तो भी ना आवे फिर आपां नूं होर देखना पऊ, जिवें होर 6 किस दी टेबल ते आउंदा, 6 1 जा है ना, आ भी ने दोनों ने। ठीक है जी, हुण देखो अपने कोले 2 ते 3 आ गए ने। हुण आपां लिखांगे इत्थे जो अपने को दो नंबरस आ गए हैं तो सब तो बाद आप करना है जो अपने को वेरीएबल लिखा ना वो लिखांगे आप इतने लिखा देंगे एक्स, तो इतने भी आ जाओ एक्स, इतने माइनस लग्या होया। हुण मैनूं ऐ दसो 2 ते 3 नूं ऐड करे तो 5 आउंदा है जां फिर माइनस करे तो ऐड करे तो आउंदा है। ऐड करने लई अपने को दो साइन हुंदे ने, एक साइन हैगा दोनों दे अगे प्लस प्लस होवे जां फिर होवे दोनों माइनस माइनस। अगर दोनों माइनस माइनस आउणगे, अगर आप दोनों माइनस माइनस कर देंगे तो फिर भी ऐड होंगे, बट साइन किस चीज़ का हुआ, माइनस का। तो मतलब कि ये बिल्कुल सही है, दोनों के अगे साइन का हुआ, माइनस का हुआ। और आप एग्जाम्पल्स करांगे उहदे नाल चंगा तुहानूं समझ आ जाऊगा। जे तुहानूं हुण नहीं क्लीयर होया, जे नहीं हुआ तो वीडियो दोबारा देख लो की जांदा। ठीक है, हुण देखो 2x² ये सेम लिखना एज इट इज़, प्लस 3 ये भी सेम आऊगा, ये भी कोई चेंज नहीं होना, इज इक्वल टू 0 इन्ना सेम लिखता। हुण इहदी जगह ते -5x की जगह ते आपां लिख सकते हैं, बिल्कुल लिख सकते हैं, क्योंकि इन्हूं सॉल्व करे तो अपने को -5x ही होना गा। तो करके आपां इत्थे लिख देंगे 2x माइनस 3x लिखता। उदों बाद दो टर्म चक्कनी है, पहली दूजी ते तीजी ते चौथी। हुण इन्हां विचों आपां लैणा कॉमन हुंदा है भी जो सेम उन्हां दोनों कोले, जो उन्हां दोनों कोले चीज़ हैगी वो आपां बाहर लैनी है ब्रैकेट तो। हुण ब्रैकेट तो बाहर लैनी है, आपां ब्रैकेट इत्थे बना सकते हैं बिल्कुल। हुण इत्थे दसो मैनूं इत्थे भी एक्स है तो इत्थे भी एक्स है, मतलब एक्स बाहर ले लांगे। हुण इत्थे 2 है, इत्थे भी 2 है, आपां 2 बाहर लिख लांगे, 2x बाहर आ गया। हुण बचिया की टर्म कोले, इत्थे देखो 2 सीगा, एक एक टर्म चक के बाहर वाले नाल मैच करनी है, मतलब ये डिवाइड करना हुंदा आपां कि 2 की टेबल ते 2 किन्ने जांदा 1 ते 1 आ जाऊगा। जां फिर तुसीं ऐं चेक कर सकते हो कि 2 सीगा 2 बाहर आ गया, हुण कुछ भी नहीं बचा। अगे देखो x की पावर 2 मतलब 2x नहीं तो 1x बाहर ले लिया, तो बचा कितना x है, 1x, इत्थे आ जाऊगा 1x। आ गया समझ। नैक्सट साइन अपने को लेगा माइनस का, आप लिख देंगे माइनस का साइन। अगे देखो 2x इत्थे लिखा है, 2x इत्थे मतलब 2x जिन्नी टर्म से तो सारी बाहर लिखती, बचा कि इत्थे बचा 1।
ਜੇ ਆਪਾਂ 2x ਨੂੰ ਡਿਵਾਈਡ ਕਰਾਂਗੇ, ਮੰਨ ਲਓ 2x ਦੀ ਕੋਈ ਟੇਬਲ ਪੜਾਂਗੇ, 2 ਦੀ ਟੇਬਲ ਪੜਾਂਗੇ, 2 ਦੀ ਟੇਬਲ ਤੇ 2 ਕਿੰਨੇ ਤੇ ਆਉਂਦਾ, 1 ਤੇ ਆਉਂਦਾ ਨਾ, ਤਾਂ 1 ਤਾਂ ਰਹੂਗਾ ਹੀ ਰਹੂਗਾ। ਐਵੇਂ ਨਹੀਂ ਹੈਗਾ ਵੀ ਇੱਥੇ ਕੋਈ ਵੈਲਿਊ ਨਹੀਂ ਆਊਗੀ, ਇੱਥੇ ਆਊਗੀ। ਜੇ ਬਿਲਕੁਲ ਸੇਮ ਹੈ ਤਾਂ 1 ਆਊਗਾ, ਜੇ ਨਹੀਂ ਸੇਮ ਹੈਗੀ ਫਿਰ ਆਪਾਂ ਕੈਲਕੂਲੇਸ਼ਨ ਕਰਕੇ ਦੇਖਾਂਗੇ ਵੀ ਉਹ ਟੇਬਲ ਤੇ ਕਿੰਨਾ ਡਿਵਾਈਡ ਹੁੰਦਾ, ਫਿਰ ਉਹ ਆਨਸਰ ਇੱਥੇ ਆਉਂਦਾ। ਨੈਕਸਟ ਦੇਖੋ, ਇੱਥੇ ਵੀ ਆਪਾਂ ਬ੍ਰੈਕਟ ਲਾਵਾਂਗੇ। ਹੁਣ ਤੁਹਾਨੂੰ ਆ ਸੈਕੰਡ ਬ੍ਰੈਕਟ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਬਿਲਕੁਲ ਸੇਮ ਹੋਣੀ ਚਾਹੀਦੀ। ਜਿਹੜੀ ਆ ਬ੍ਰੈਕਟਸ ਫਸਟ ਬਣਾਈ ਆਪਾਂ ਉਹੀ ਸੈਕੰਡ 'ਚ ਹੋਣੀ ਚਾਹੀਦੀ। ਜੇ ਗਲਤ ਹੋਇਆ ਤਾਂ ਆਪਣਾ ਆਨਸਰ ਗਲਤ ਆਊਗਾ। ਹੁਣ ਆਪਾਂ ਡਾਇਰੈਕਟ ਲਿਖ ਸਕਦੇ ਹਾਂ ਜਾਂ ਫਿਰ ਇੱਥੇ ਕਾਮਨ ਲੈ ਲੈਣੇ, ਫਿਰ ਆਪਾਂ ਦੇਖਦੇ ਹਾਂ ਕਿ ਆਪਣੀ ਬ੍ਰੈਕਟ ਬਿਲਕੁਲ ਸੇਮ ਆਉਂਦੀ ਹੈ। ਹੁਣ ਇੱਥੇ ਦੇਖੋ ਵੀ 3 ਇੱਥੇ ਵੀ ਹੈਗਾ, ਇੱਥੇ ਵੀ ਹੈਗਾ, ਆਪਾਂ ਲਿਖ ਦਾਂਗੇ 3 ਇੱਥੇ ਲਿਖ ਦਾਂਗੇ। ਹੁਣ ਜੇ ਆਪਾਂ 3 ਬਾਹਰ ਲੈ ਲਿਆ ਤੇ ਬਚਿਆ ਕੀ ਹੈ, x ਬਚ ਗਿਆ। ਤੇ ਇੱਥੇ ਦੇਖੋ ਸਾਈਨ ਦੇਖੋ, ਪਲੱਸ ਮਾਈਨਸ ਮਾਈਨਸ ਹੁੰਦਾ। ਇੱਥੇ ਫਸਟ ਕੋਲੇ ਮਾਈਨਸ ਆਊਗਾ ਤੇ ਪਲੱਸ ਇੱਥੇ ਪਲੱਸ ਆਊਗਾ। ਸਾਈਨ ਦੇਖੋ ਇਹਨਾਂ ਦੇ ਨਾਲ ਅਪੋਜ਼ਿਟ ਹੋ ਗਈ। ਇੱਥੇ x ਪਲੱਸ ਦਾ, ਇੱਥੇ ਮਾਈਨਸ ਦਾ, ਤਾਂ ਆਪਾਂ ਕੀ ਕਰਾਂਗੇ, ਬਾਹਰ ਮਾਈਨਸ ਲੈ ਲਾਂਗੇ। ਬਾਹਰ ਮਾਈਨਸ ਲਵਾਂਗੇ ਤਾਂ ਮਾਈਨਸ ਪਲੱਸ ਹੋ ਜੂਗਾ, ਪਲੱਸ ਮਾਈਨਸ ਹੋ ਜੂਗਾ। 3 ਦੀ ਟੇਬਲ ਤੇ 3 1 ਤੇ ਹੁੰਦਾ, ਬਿਲਕੁਲ ਸੇਮ ਹੋ ਗਿਆ ਨਾ। x - 1 ਮਤਲਬ ਇੱਥੇ x ਨੂੰ 1 ਨਾਲ ਮਲਟੀਪਲਾਈ ਕਰਾਂਗੇ x ਹੀ ਆ ਜੂਗਾ, ਤਾਂ 1 ਦੀ ਇੱਥੇ ਮਤਲਬ ਉਹ ਹੈ ਨਹੀਂ। ਮੈਂ ਸਿਰਫ ਤੁਹਾਨੂੰ ਡਿਵਾਈਡ ਕਰਕੇ ਦੱਸਿਆ ਸੀ ਵੀ 2 ਦੀ ਟੇਬਲ ਤੇ 2 1 ਤੇ ਗਿਆ, ਇੱਦਾਂ ਆਪਾਂ ਲਿਖਣਾ, ਡਿਵਾਈਡ ਕਰਕੇ ਲਿਖਣਾ। ਠੀਕ ਹੈ ਜੀ। ਹੁਣ ਇਹ ਵੀ ਇਕੁਅਲ ਹੈਗਾ 0 ਦੇ। ਹੁਣ ਜੋ ਆਪਣੇ ਕੋਲੇ ਬਾਹਰ ਟਰਮ ਪਈਆਂ ਨੇ ਜ਼ੀਰੋ, ਮਤਲਬ ਸੌਰੀ ਜੋ ਬਾਹਰ ਟਰਮ ਪਈਆਂ ਨੇ ਬ੍ਰੈਕਟ ਤੋਂ, ਉਹਨੂੰ ਆਪਾਂ ਇਕੱਠਾ ਕਰਕੇ ਲਿਖ ਲਾਂਗੇ 2x ਵਿਦ ਸਾਈਨ ਮਾਈਨਸ, ਤਾਂ -3 = 0। ਨੈਕਸਟ ਜੋ ਬ੍ਰੈਕਟ 'ਚ ਆਪਣੇ ਕੋਲੇ ਉਹ ਲਿਖ ਲਾਂਗੇ x - 1 = 0। x = 3 ਪੋਜ਼ੀਟਿਵ ਹੈ, ਇੱਧਰ ਆ ਕੇ ਨੈਗੇਟਿਵ ਦਾ ਹੋ ਜੂਗਾ। ਇੱਥੇ 2 ਕਾਹਦੇ 'ਚ ਹੈ, ਮਲਟੀਪਲਾਈ 'ਚ। ਜਦੋਂ ਵਿਚਾਲੇ ਕੋਈ ਵੀ ਸਾਈਨ ਨਾ ਹੋਵੇ ਵੇਰੀਏਬਲ ਦੇ ਤੇ ਇੱਕ ਨੰਬਰ ਦੇ, ਉਦੋਂ ਉਹ ਚੀਜ਼ ਮਲਟੀਪਲਾਈ 'ਚ ਹੁੰਦੀ ਹੈ। ਹੁਣ ਇਹ ਮਲਟੀਪਲਾਈ 'ਚ ਹੈ ਤਾਂ ਸਾਈਨ = ਨੂੰ ਕ੍ਰੋਸ ਕਰਕੇ ਇਸ ਸਾਈਡ ਆਊਗੀ ਤਾਂ ਕੀ ਹੋ ਜੂਗਾ, ਡਿਵਾਈਡ। ਤਾਂ ਕੀ ਆ ਜੂ ਇੱਥੇ, ਡਿਵਾਈਡ ਬਾਈ 2। x ਦੀ ਵੈਲਿਊ ਆ ਗਈ 3/2। ਨੈਕਸਟ ਹੈਗਾ x = ਮਾਈਨਸ ਦਾ 1 ਸੀ, ਇੱਧਰ ਆ ਕੇ ਪਲੱਸ ਦਾ 1 ਹੋ ਗਿਆ, ਤਾਂ ਆਪਣੇ ਕੋਲੇ ਆਂਸਰ ਆ ਗਿਆ। ਇੱਕ x ਦੀ ਵੈਲਿਊ ਆ ਗਈ 3/2 ਐਂਡ ਸੈਕਿੰਡ ਵੈਲਿਊ ਆ ਗਈ 1। ਆਈ ਹੋਪ ਤੁਹਾਨੂੰ ਮੈਥਡ ਸਮਝ ਆਇਆ ਹੋਊਗਾ। ਬਹੁਤ ਈਜ਼ੀ ਹੈ। ਸੈਕਿੰਡ ਚੈਪਟਰ 'ਚ ਵੀ ਆਪਾਂ ਇਹ ਕੰਸੈਪਟ ਕੀਤਾ ਹੋਇਆ। ਉੱਥੇ ਆਪਾਂ ਜ਼ੀਰੋਜ਼ ਦੇ ਨਾਮ ਤੋਂ ਮਤਲਬ ਵੈਲਿਊ ਕੱਢਦੇ ਹਾਂ। ਫਸਟ ਜੋ ਵੈਲਿਊ ਹੁੰਦੀ ਆਪਣੇ ਕੋਲ x ਦੀ, ਉਹਨੂੰ ਆਪਾਂ ਨਾਮ ਦੇ ਦਿੰਦੇ ਹਾਂ ਐਲਫਾ ਦਾ, ਸੈਕਿੰਡ ਵੈਲਿਊ ਨੂੰ ਦੇ ਦਿੰਦੇ ਨਾਮ ਬੀਟਾ ਦਾ। ਬਿਲਕੁਲ ਸੇਮ ਡਿਕਟੋ ਉਵੇਂ ਸੋਲਵ ਕਰਨਾ ਇਹਨੂੰ। ਚਲਿਏ ਆ ਗਿਆ ਜੀ ਹੁਣ ਆਪਣੇ ਕੋਲੇ ਸੈਕਿੰਡ ਕੰਸੈਪਟ, ਯੂਜ਼ਿੰਗ ਕੁਆਡਰੇਟਿਕ ਫਾਰਮੂਲਾ ਨੇਚਰ ਆਫ ਰੂਟਸ ਆਪਾਂ ਨੂੰ ਫਾਈਂਡ ਆਊਟ ਕਰਨਾ। ਸੋ ਉਹਦੇ ਲਈ ਆਪਣੇ ਕੋਲ ਸਟੈਂਡਰਡ ਫਾਰਮ ਹੈਗੀ ਹੈ, ਲੇਕਿਨ ਜੋ ਆਪਣੇ ਕੋਲ ਸੈਕਿੰਡ ਮੈਥਡ ਨੂੰ ਸੋਲਵ ਕਰਨ ਦਾ ਜੋ ਆਪਣੇ ਕੋਲ ਫਾਰਮੂਲਾ ਹੁੰਦਾ ਉਹ ਹੈਗਾ -b ± √b² - 4ac / 2a। ਠੀਕ ਹੈ, ਇਹਨੂੰ ਆਪਾਂ ਐਵੇਂ ਲਿਖਾਂਗੇ -b ± √b² - 4ac / 2a। ਠੀਕ ਹੈ, ਇੰਨਾ ਕਲੀਅਰ ਹੋ ਗਿਆ। ਹੁਣ ਇੱਥੇ ਇੱਕ ਚੀਜ਼ ਹੋਰ ਆਉਂਦੀ ਹੈ, ਆਪਾਂ ਨੂੰ ਫਾਈਂਡ ਆਊਟ ਕਰਨਾ ਪੈਂਦਾ d। ਕਿਸ ਲਈ, ਉਹ ਨੇਚਰ ਆਫ ਰੂਟਸ ਫਾਈਂਡ ਆਊਟ ਕਰਨ ਲਈ, ਕਿ ਉਹਦੇ ਜੋ ਰੀਅਲ ਰੂਟਸ ਨੇ ਉਹ ਕਿਵੇਂ ਦੇ ਹੋਣਗੇ, ਗ੍ਰੇਟਰ ਦੈਨ d ਹੋਣਗੇ, ਇਕੁਅਲ ਟੂ d ਹੋਣਗੇ, ਜਾਂ d ਤੋਂ ਘੱਟ ਹੋਣਗੇ। ਤਾਂ d ਹੁੰਦਾ ਕੀ ਹੈ, d ਹੁੰਦਾ ਹੈਗਾ b² - 4ac। ਆਹ ਵਾਲੀ ਚੀਜ਼ b² - 4ac। ਅਤੇ ਸਿੰਪਲ ਆਪਾਂ ਇਹਦੀ ਜਗ੍ਹਾ 'ਤੇ d ਵੀ ਲਿਖ ਸਕਦੇ ਹਾਂ। ਜੇ ਆਪਾਂ ਪੂਰਾ ਇਰੇਜ਼ ਕਰ ਦਈਏ, ਇਹਨੂੰ ਪੂਰਾ ਇਰੇਜ਼ ਕਰਕੇ ਆਪਾਂ d ਵੀ ਲਿਖ ਸਕਦੇ ਹਾਂ, ਕਿਉਂਕਿ d ਜੋ ਹੁੰਦਾ ਉਹ ਹੁੰਦਾ b² - 4ac। ਅਤੇ ਕੰਪਲੀਟ ਫਾਰਮੂਲਾ ਵੀ ਲਿਖ ਸਕਦੇ ਹਾਂ। ਠੀਕ ਹੈ, ਦੋਨੋਂ ਹੀ ਕਰੈਕਟ ਹੈ। ਹੁਣ ਇੱਥੇ ਹੈਗਾ ਜੋ = 0 ਨਹੀਂ, ਇਹ ਹੈਗਾ d ਹੈਗਾ b² - 4ac। ਇਹ ਫਾਰਮੂਲੇ ਨੇ, ਦੋਨੋਂ ਸਾਨੂੰ ਆਉਣੇ ਚਾਹੀਦੇ ਨੇ, ਬਹੁਤ ਹੀ ਈਜ਼ੀ ਨੇ। 2-3 ਸਮ ਕਰੋਗੇ ਆਪਣੇ ਆਪ ਆਟੋਮੈਟਿਕਲੀ ਯਾਦ ਹੋ ਜਾਣਗੇ। ਫਸਟ ਹੁੰਦਾ ਹੈ 2 ਡਿਸਟੈਂਟ ਰੀਅਲ ਰੂਟਸ ਇਫ b² - 4ac > 0। ਜੇ ਤਾਂ ਜੋ ਰੀਅਲ ਰੂਟਸ ਆਉਂਦੇ ਨੇ ਆਪਣੇ ਕੋਲ ਉਹ ਗ੍ਰੇਟਰ ਦੈਨ 0 ਨੇ, ਮੰਨ ਲਓ ਕਿ x ਦੀ ਵੈਲਿਊ ਫਿਰ ਕਿੱਦਾਂ ਦੀ ਆਊਗੀ, ਮੰਨ ਲਓ 1 ਜਾਂ ਫਿਰ 3। ਠੀਕ ਹੈ, ਐਵੇਂ ਸਾਨੂੰ ਦੋ ਵੈਲਿਊਜ਼ ਮਿਲਣਗੀਆਂ। 2 ਇਕੁਅਲ ਰੀਅਲ ਰੂਟਸ, ਜੇ ਇਕੁਅਲ ਰੀਅਲ ਰੂਟਸ ਮਿਲਣਗੇ, ਮਤਲਬ ਕਿ ਰੀਅਲ ਰੂਟਸ ਕਿਵੇਂ ਫਾਈਂਡ ਆਊਟ ਕਰਦੇ ਹੋ, ਆਪਾਂ ਐਗਜ਼ਾਮਪਲ ਦੇ ਥਰੂ ਮੈਂ ਤੁਹਾਨੂੰ ਸਮਝਾਵਾਂਗੀ। 1 ਮਿੰਟ, ਇਹਨੂੰ ਦੇਖੋ ਵੀ ਹੈ ਕੀ, ਮਤਲਬ ਜੇ ਤਾਂ d ਆਪਣੇ ਕੋਲ ਗ੍ਰੇਟਰ ਦੈਨ ਹੈ 0 ਤੋਂ, d ਦੀ ਵੈਲਿਊ 0 ਤੋਂ ਜ਼ਿਆਦਾ ਹੈ, ਤਾਂ ਫਿਰ ਤਾਂ 2 ਡਿਸਟੈਂਟ ਰੀਅਲ ਰੂਟਸ ਨੇ, ਮਤਲਬ ਅਲੱਗ-ਅਲੱਗ ਰੀਅਲ ਰੂਟਸ ਹੋਣਗੇ। 2 ਇਕੁਅਲ ਰੀਅਲ ਰੂਟਸ ਹੋਣਗੇ ਜੇ ਆਪਣੇ ਕੋਲ d ਕੀ ਹੋਊਗਾ, ਇਕੁਅਲ ਹੋਊਗਾ 0 ਦੇ। d = 0, ਉਦੋਂ ਆਪਣੇ ਕੋਲੇ ਰੀਅਲ ਰੂਟਸ ਇੱਕੋ ਜਿਹੇ ਮਿਲਣਗੇ, ਮਤਲਬ ਕਿ x ਦੀ ਵੈਲਿਊ ਆਪਣੇ ਕੋਲ ਹੋ ਸਕਦਾ 4 ਜਾਂ ਫਿਰ 3 ਮਤਲਬ ਸੇਮ ਆਊਗੀ। ਠੀਕ ਹੈ, ਨੈਕਸਟ ਹੁੰਦਾ ਆਪਣੇ ਕੋਲ ਨੋ ਰੀਅਲ ਰੂਟਸ ਇਫ b² - 4ac, ਮਤਲਬ ਕਿ d ਲੈਸ ਦੈਨ ਹੈ 0 ਤੋਂ। ਜੇ ਇਹਦੀ ਵੈਲਿਊ 0 ਤੋਂ ਲੈਸ ਦੈਨ ਆਉਂਦੀ ਹੈ, ਫਿਰ ਕੋਈ ਵੀ ਰੀਅਲ ਰੂਟਸ ਨਹੀਂ ਹੋਊਗਾ। ਇਹਦਾ ਮਤਲਬ ਕਿ
ਇਹ ਵਾਲੀ ਜੋ ਆਪਣੀ ਇਕੁਏਸ਼ਨ ਦਿੱਤੀ ਹੋਊਗੀ ਇੱਦਾਂ ਦੀ ਕੋਈ ਕੁਆਡਰੇਟਿਕ ਇਕੁਏਸ਼ਨ ਹੋਊਗੀ ਉਹ ਸੋਲਵ ਨਹੀਂ ਹੋਊਗੀ। ਉਹ ਇੱਦਾਂ ਦੀ ਇਕੁਏਸ਼ਨ ਸਿੰਪਲ ਆਪਾਂ ਲਿਖ ਦਿੰਦੇ ਹਾਂ ਨੋ ਰੀਅਲ ਰੂਟਸ। ਹੁਣ ਆਪਾਂ ਪਤਾ ਕਿਵੇਂ ਲੱਗੂਗਾ ਵੀ ਇਹ ਸੋਲਵ ਹੋਊਗਾ ਕੁਐਸਚਨ ਜਾਂ ਨਹੀਂ। ਆਪਾਂ ਸੋਲਵ ਕਰਨ ਬਹਿ ਜਾਵਾਂਗੇ, ਉਦੋਂ ਬਾਅਦ 'ਚ ਆਪਣੇ ਕੋਲ ਕੋਈ ਵੈਲਿਊ ਨਹੀਂ ਆਉਂਦੀ ਹੈਗੀ, ਫਿਰ ਆਪਾਂ ਨੂੰ ਪਤਾ ਲੱਗਦਾ ਨਹੀਂ। ਆਪਾਂ ਸਿੰਪਲ ਡੀ ਵਾਲੇ ਫਾਰਮੂਲਾ ਲਾ ਕੇ ਪਤਾ ਲਗਾ ਸਕਦੇ ਹਾਂ ਕਿ ਇਹਦੀ ਵੈਲਿਊ ਕੀ ਆਊਗੀ। ਜੇ ਡੀ ਦੀ ਵੈਲਿਊ ਗ੍ਰੇਟਰ ਦੈਨ ਆਉਂਦੀ ਹੈ 0 ਤੋਂ ਫਿਰ ਵੀ ਸੋਲਵ ਹੋਊਗਾ, ਜੇ ਇਕੁਅਲ ਆਉਂਦੀ ਫਿਰ ਵੀ ਸੋਲਵ ਹੋਊਗਾ, ਜੇ ਲੈਸ ਦੈਨ ਆਉਂਦਾ ਫਿਰ ਇਕੁਏਸ਼ਨ ਸੋਲਵ ਨਹੀਂ ਹੋਊਗੀ। ਹੁਣ ਆਪਾਂ ਐਗਜ਼ਾਮਪਲ ਲੈ ਰੱਖਿਆ 2x² - 5x + 3 = 0। ਤਾਂ ਫਾਰਮੂਲਾ ਕੀ ਸੀ ਆਪਣੇ ਕੋਲੇ b² - 4ac। b ਕੀ ਹੁੰਦਾ ਹੈ? b ਹੁੰਦਾ ਹੈ x ਦਾ ਕੋਫੀਸ਼ੀਐਂਟ ਮਤਲਬ ਕਿ -5 ਦਾ ਹੋਲ ਸਕੁਅਰ। ਫਾਰਮੂਲੇ 'ਚ ਹੈਗਾ 4 × a ਦੀ ਵੈਲਿਊ ਕਿੰਨੀ ਹੈ? a ਦੀ ਵੈਲਿਊ ਹੈਗੀ 2, x² ਦਾ ਕੋਫੀਸ਼ੀਐਂਟ, ਠੀਕ ਹੈ, ਮਲਟੀਪਲਾਈ 'ਚ c ਮਤਲਬ ਕਾਂਸਟੈਂਟ ਵੈਲਿਊ, ਠੀਕ ਹੈ, ਇੰਨਾ ਹੋ ਗਿਆ। ਉਹਦੇ ਬਾਅਦ ਆਪਾਂ ਇਹਨੂੰ ਸੋਲਵ ਕਰਾਂਗੇ। -5 ਨੂੰ 2 ਟਾਈਮਸ ਮਲਟੀਪਲਾਈ ਕਰਨਾ, -5 × -5 ਮਾਈਨਸ ਪਲੱਸ ਹੋ ਜੂਗਾ। 5 ਨੂੰ 5 ਨਾਲ ਮਲਟੀਪਲਾਈ ਕਰਾਂਗੇ 25 ਆ ਜੂਗਾ। -4 ਨੂੰ ਤਿੰਨੋਂ ਡਿਜਿਟ ਨੂੰ ਮਲਟੀਪਲਾਈ ਕਰਾਂਗੇ 4 × 2 = 8, 8 × 3 = 24। ਤਾਂ x ਦੀ ਵੈਲਿਊ ਕਿੰਨੀ ਆ ਗਈ, ਸੌਰੀ d ਦੀ ਵੈਲਿਊ ਕਿੰਨੀ ਆ ਗਈ? 1 ਆ ਗਈ। ਮਤਲਬ ਕਿ d 1 ਹੈ ਤਾਂ ਕੀ ਹੈ? ਗ੍ਰੇਟਰ ਦੈਨ 0 ਹੈ। ਗ੍ਰੇਟਰ ਦੈਨ 0 ਹੈ ਤਾਂ ਦੋ ਡਿਸਟੈਂਟ ਰੀਅਲ ਰੂਟਸ ਆਉਣਗੇ। x ਦੀ ਵੈਲਿਊ ਅਲੱਗ ਅਲੱਗ ਆਊਗੀ, ਦੋਨੋਂ ਵੈਲਿਊ ਅਲੱਗ ਅਲੱਗ ਆਉਣਗੀਆਂ, ਸੇਮ ਨਹੀਂ ਆਉਣਗੀਆਂ, ਠੀਕ ਹੈ। ਹੁਣ ਇਹ ਤੋਂ ਸਿਰਫ ਆਪਾਂ ਇੱਦਾਂ ਪਤਾ ਲਗਾ ਸਕਦੇ ਕਿ ਇਕੁਏਸ਼ਨ ਸੋਲਵ ਹੋਊਗੀ ਨਹੀਂ ਹੋਊਗੀ, ਕਿੱਦਾਂ ਦੇ ਉਹਦੇ ਰੀਅਲ ਰੂਟਸ ਹੋਣਗੇ, ਡਿਸਟੈਂਟ ਹੋਣਗੇ, ਇਕੁਅਲ ਹੋਣਗੇ, ਨੋ ਰੀਅਲ ਰੂਟਸ ਹੋਊਗਾ, ਠੀਕ ਹੈ। ਹੁਣ ਆਪਾਂ ਫਾਰਮੂਲਾ ਲਾ ਕੇ ਇਸ ਜੋ ਆਪਣੇ ਕੋਲੇ ਸੈਕਿੰਡ ਮੈਥਡ ਉਸ ਨਾਲ ਆਪਾਂ ਸੋਲਵ ਕਰਾਂਗੇ। ਇਹ ਸਿਰਫ ਮੈਂ ਤੁਹਾਨੂੰ ਡੀ ਕਿਵੇਂ ਫਾਈਂਡ ਆਊਟ ਕਰਦੇ ਹਾਂ ਉਹ ਮੈਂ ਤੁਹਾਨੂੰ ਦੱਸਿਆ ਸੀ, ਕਿਵੇਂ ਆਪਾਂ ਕਿਸੇ ਵੀ ਇਕੁਏਸ਼ਨ ਨੂੰ ਆਪਾਂ ਚੈੱਕ ਕਰ ਸਕਦੇ ਹਾਂ ਪਹਿਲਾਂ ਹੀ ਕਿ ਉਹਦੇ ਰੀਅਲ ਰੂਟਸ ਕਿਵੇਂ ਦੇ ਹੋਣਗੇ। ਇੱਦਾਂ ਦੇ ਕੁਐਸਚਨ ਤੁਹਾਨੂੰ MCQ 'ਚ ਪੁੱਛੇ ਜਾ ਸਕਦੇ ਨੇ। ਚਲਿਏ ਸੋਲਵ ਕਰਦੇ ਹੁਣ ਆਪਾਂ ਇਹਨੂੰ ਸੈਕਿੰਡ ਮੈਥਡ ਨਾਲ। ਫਾਰਮੂਲਾ ਹੈਗਾ ਆਪਣੇ ਕੋਲੇ -b + -d ਡਿਵਾਈਡ ਬਾਈ 2a। d ਤੁਹਾਨੂੰ ਪਤਾ ਹੀ ਹੈ ਵੀ ਕੀ ਸੀਗਾ, d ਦੀ ਆਪਾਂ ਇੱਥੇ ਵੈਲਿਊ ਰੱਖ ਦਿੰਦੇ ਹਾਂ ਕੰਪਲੀਟ। b² - 4ac। ਸਿੰਪਲ ਆਪਾਂ ਵੈਲਿਊ ਦੇਖਾਂਗੇ, ਪਹਿਲਾਂ ਕੀ ਹੈ ਆਪਾਂ ਲਿਖ ਲੈਂਦੇ ਹਾਂ। a ਦੀ ਵੈਲਿਊ ਹੈਗੀ ਆਪਣੇ ਕੋਲੇ 2, b ਦੀ ਵੈਲਿਊ ਹੈਗੀ -5 ਐਂਡ c ਦੀ ਵੈਲਿਊ ਹੈਗੀ 3। b ਹੈਗਾ -5 प्लस माइनस और b² -5 -4 मल्टीप्लाई 2 मल्टीप्लाई 3 डी तो आप हमने फाइंड आउट करा सी वैल्यू भी कितनी आ गई सी 1 आ गई सी। दोबारा एक बार किवें सॉल्व करते मैं समझा रही हाँ। 2 मल्टीप्लाई 2 फॉर्मूले है एक 2 अपने को ए की वैल्यू हैगी आप ए की वैल्यू इतने पुट करती माइनस माइनस प्लस हो जाऊगा 5 आ गया प्लस माइनस इनू सॉल्व करांगे -5 सॉरी स्केयर इतने लग जू स्केयर -5 मल्टीप्लाई -5 ना किया तो 25 इनू सॉल्व किया इतने आजू 24 तो कितनी आ गई वैल्यू 1 एक बारी प्लस का तो एक बारी 1 माइनस का मतलब बाहर प्लस माइनस का मतलब यह है जो रूट आप फाइंड आउट करांगे उस बाद एक बारी प्लस का लेना एक बारी माइनस का लेना ठीक है जी। उस बाद चो 2 ਨੂੰ 2 ਨਾਲ मल्टीप्लाई किया कि आ गया अपने को आ गया 4 5 माइनस 1 डिवाइड बाय 4 सैकेंड 5 प्लस 1 डिवाइड बाय 4 इन्हें सॉल्व किया 4 डिवाइड बाय 4 कितनी आ गई वैल्यू 1 आ गई 6 डिवाइड बाय 4 मतलब कि 3 डिवाइड बाय 2 की वैल्यू आ जाएगी 1 डिवाइड बाय 5 एक वैल्यू आई है 1 सैकेंड वैल्यू आई 1.5। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੰਟਰੋਡਕਸ਼ਨ ਪਾਰਟ ਕੀਤਾ ਕਿਉਂਕਿ ਮੈਨੂੰ ਲੱਗਦਾ ਹੈ ਜੇ ਆਪਾਂ ਕੁਐਸਚਨਸ ਕਰਨ ਲੱਗੇ ਤਾਂ ਵੀਡੀਓ ਕਾਫੀ ਜ਼ਿਆਦਾ ਵੱਡੀ ਹੋ ਜੂਗੀ ਤੇ ਤਾਂ ਕਰਕੇ ਇੰਟਰੋਡਕਸ਼ਨ ਵੀਡੀਓ ਅਲੱਗ ਕਰਾਂਗੇ ਤੇ ਐਕਸਰਸਾਈਜ਼ ਵੀਡੀਓ ਅਲੱਗ ਰੱਖਾਂਗੇ ਤਾਂ ਕਿ ਤੁਹਾਡਾ ਵੀ ਕਨਸੈਪਟ ਤੇ ਲਰਨਿੰਗ ਬਣੀ ਰਹੇ ਠੀਕ ਹੈ। ਤਾਂ मतलब पूरा क्लैरिटी ਨਾਲ ਆਪਾਂ ਸਾਰੇ ਇਕੁਏਸ਼ਨਸ ਤੇ ਕੁਐਸਚਨ ਸੋਲਵ ਕਰਾਂਗੇ। ਇੰਪੋਰਟੈਂਟ ਕੁਐਸਚਨਸ ਤੁਹਾਨੂੰ ਦੱਸਾਂਗੇ ਵੀ ਪਿਛਲੇ ਸਾਲ ਕਿਦਾਂ ਦੇ ਕੁਐਸਚਨਸ ਆਇਆ ਰੱਖੇ ਨੇ ਕਿਵੇਂ ਦੀ ਤੁਹਾਨੂੰ ਪ੍ਰੈਕਟਿਸ ਕਰਨੀ ਹੈ ਅੱਗੇ ਠੀਕ ਹੈ। सो बिना पहली गल तो आपके नोट्स बनाओ मैथ है साइंस है जो भी सबजैक्ट आपके नोट्स रेडी रखो जे तुहानूं मतलब सैल्फ स्टडी करना पसंद है तो वो नोट्स तैयार करा करो ठीक है। तो लिखे बिना याद नहीं होंदा प्रैक्टिस बिना मैथ नहीं होंदा। तो लास्ट में मैं तुहानूं यही कहांगी कि मैथ का फॉर्मूला भी याद रखो हार्ड वर्क प्लस रिवीजन प्लस डेडिकेशन
ਇਕੁਅਲ ਟੂ 100% ਸਕਸੈਸ ਉਦੋਂ ਮਿਲਦੀ ਹੈ ਜਦੋਂ ਆਪਾਂ ਰਿਵੀਜ਼ਨ ਕਰਾਂਗੇ, ਹਾਰਡ ਵਰਕ ਹੋਊਗਾ ਅਤੇ ਫੁੱਲ ਡੈਡੀਕੇਸ਼ਨ। ਠੀਕ ਹੈ, ਸੋ ਅੱਜ ਦੀ ਕਲਾਸ ਇੱਥੇ ਤੱਕ ਹੀ ਸੀ। ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ। ਟਿਲ ਦੈਨ ਕੀਪ ਲਰਨਿੰਗ, ਕੀਪ ਸ਼ਾਈਨਿੰਗ। ਸਤਿ ਸ਼੍ਰੀ ਅਕਾਲ, ਰੱਬ ਰਾਖਾ।